ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੁ ਸੁਨੈ ਜੋ ਕਾਲ ਕਿਰਪਾ ਕਰਾਏ। ਕਹਾਂ ਪ੍ਰਭ ਬੁੱਧ ਤੁਛ ਹਮਾਰੀ ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਰਹਿਮਤਾਂ ਦੇ ਸਾਗਰ ਗੱਦੀ ਤੇ ਵਿਰਾਜਮਾਨ ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ, ਹਾਜ਼ਰੀਆਂ ਭਰੀਆਂ, ਨਿਤਨੇਮ ਦੇ ਜਾਪ ਸਰਵਣ ਕੀਤੇ। ਜੋ ਹਰ ਰੋਜ਼ ਆਪਾਂ ਲੜੀਵਾਰ ਕਥਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਵਣ ਕਰਦੇ ਹਾਂ। ਅੱਜ ਦਾ ਜੋ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ 31 ਅੰਗ ਤੇ ਸੁਭਾਏਮਾਨ ਹੈ। ਸ੍ਰੀ ਰਾਗ ਮਹੱਲਾ ਤੀਜਾ। ਜਾਂ ਫਿਰ ਜਾਣੇ ਆਪਣਾ ਤਨ ਮਨ ਆਗੈ ਧਰੇ। ਸੁਹਾਗਣੀ ਕਰਮ ਕਮਾਵੰਦੀਆਂ ਸੇਈ ਕਰਮ ਕਰੇ। ਸਹਿਜੇ ਸਾਚ ਮਿਲਾਵੜਾ ਸਾਚ ਵਡਾਈ ਦੇ। ਭਾਈ ਰੇ ਗੁਰ ਬਿਨ ਭਗਤ ਨਾ ਹੋਏ। ਬਿਨ ਗੁਰ ਭਗਤ ਨਾ ਪਾਈਐ। ਜੇ ਲੋਚੈ ਸਭ ਕੋਏ। ਇਹ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ। ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਭਗਤੀ ਦੀ ਗੱਲ ਕੀਤੀ ਹੈ। ਜਿਨ੍ਹਾਂ ਨੂੰ ਪਰਮਾਤਮਾ ਮਿਲ ਚੁੱਕਿਆ ਹੈ ਉਹਨਾਂ ਦੀ ਗੱਲ ਕੀਤੀ ਹੈ। ਦੂਸਰਾ ਇਹਦੇ ਵਿੱਚ ਰਹਾਉ ਤੋਂ ਅੱਗੇ ਜਿਹੜੀਆਂ ਪੰਕਤੀਆਂ ਆਉਂਦੀਆਂ ਨੇ ਉਹਦੇ ਵਿੱਚ ਮਨਮੁਖ ਦੀ ਗੱਲ ਕੀਤੀ ਹੈ ਕਿ ਉਹ ਮਨਮੁਖ ਜਿਹੜਾ ਹੈ 84 ਲੱਖ ਦੀ ਜੂਨ ਭੋਗਦਾ ਹੋਇਆ ਉਹਨੂੰ ਮਾਨਸ ਦੇਹ ਵੀ ਮਿਲਦੀ ਆ, ਉਹ ਫਿਰ ਭੁੱਲ ਜਾਂਦਾ ਹੈ ਪਰਮਾਤਮਾ ਨੂੰ। ਸਤਿਗੁਰੂ ਜੀ ਕਹਿੰਦੇ ਨੇ ਪਹਿਲੀਆਂ ਪੰਕਤੀਆਂ ਵਿੱਚ ਜਾ ਫਿਰ ਜਾਣੇ ਆਪਣਾ ਤਨ ਮਨ ਆਗੈ ਧਰੇ। ਕਹਿੰਦੇ ਕਿ ਹੇ ਭਾਈ ਹੇ ਸਖੀ ਜੀਵ ਆਤਮਾ ਨੂੰ ਕਿਹਾ ਹੈ ਕਿ ਇਹ ਸਖੀ ਤੇਰਾ ਜਿਹੜਾ ਪਿਰ ਹੈ, ਪਿਰ ਕਹਿੰਦੇ ਨੇ ਪਤੀ ਨੂੰ। ਪਤੀ ਕੌਣ ਹੈ? ਪਰਮਾਤਮਾ। ਕਹਿੰਦੇ ਹੇ ਜੀਵ ਰੂਪ ਜਿਹੜਾ ਤੇਰਾ ਪਿਰ ਪਤੀ ਹੈ ਜਾਣੇ ਆਪਣਾ, ਕਿ ਆਪਣੇ ਆਪ ਜਾਣਨਾ ਕਰ ਉਸ ਨੂੰ ਕਿ ਉਹ ਤੇਰਾ ਪਤੀ ਹੈ, ਤੇਰਾ ਉਹ ਹੀ ਖਸਮ ਹੈ। ਤਨ ਮਨ ਆਗੈ ਧਰੇ। ਤਨ ਵੀ ਅਤੇ ਮਨ ਵੀ ਪਰਮਾਤਮਾ ਨੂੰ ਦੇ ਦੇ। ਉਸ ਨੂੰ ਭਾਵ ਕਿ ਉਹਦੇ ਕੋਲੇ ਅਰਪਣ ਕਰ ਦੇ। ਸਭ ਕੁਝ ਛੱਡ ਕੇ ਪਰਮਾਤਮਾ ਨੂੰ ਅਰਪਣ ਕਰ ਦੇ। ਸੁਹਾਗਣੀ ਕਰਮ ਕਮਾਵੰਦੀਆਂ ਸੇਈ ਕਰਮ ਕਰੇ। ਜਿਵੇਂ ਸੁਹਾਗਣਾ ਆਪਣੇ ਪਤੀ ਦੇ ਹੁਕਮ ਦੇ ਵਿੱਚ ਆਗਿਆਕਾਰ ਵਿੱਚ ਰਹਿੰਦੀਆਂ ਨੇ, ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਜੀਵ ਤੂੰ ਵੀ ਆਪਣੇ ਆਪ ਨੂੰ ਪਰਮਾਤਮਾ ਦੇ ਅੱਗੇ ਤਨ ਮਨ ਅਰਪਣ ਕਰ ਦੇ। ਤਨ ਕਰਕੇ ਸੇਵਾ ਕਰ, ਮਨ ਕਰਕੇ ਪ੍ਰੇਮ ਕਰ ਪਰਮਾਤਮਾ ਨੂੰ। ਇਸ ਤਰ੍ਹਾਂ
ਜਦੋਂ ਤੂੰ ਕਰੇਗਾ ਫਿਰ ਕਹਿੰਦੇ ਸਹਿਜੇ ਸਾਚ ਮਿਲਾਵੜਾ, ਕਹਿੰਦੇ ਸਹਿਜ ਅਵਸਥਾ ਦੇ ਵਿੱਚ ਹੀ ਉਹ ਪਰਮਾਤਮਾ ਤੈਨੂੰ ਮਿਲ ਪਏਗਾ। ਜਿਵੇਂ ਸੁਹਾਗਣ ਨੂੰ ਪਤੀ ਮਿਲ ਜਾਂਦਾ ਹੈ ਅਤੇ ਕਹਿੰਦੇ ਇਸੇ ਤਰ੍ਹਾਂ ਇਹ ਜੀਵ ਤੈਨੂੰ ਪਰਮਾਤਮਾ ਮਿਲ ਪਏਗਾ ਜਦੋਂ ਤੂੰ ਇੱਕ ਦੇ ਹੁਕਮ ਦੇ ਵਿੱਚ ਆ ਗਿਆ। ਸਾਚ ਵਡਾਈ ਦੇ, ਕਹਿੰਦੇ ਫਿਰ ਸੱਚੀ ਤੈਨੂੰ ਵਡਿਆਈ ਉਹ ਪਰਮਾਤਮਾ ਦਵਾਏਗਾ, ਬਖਸ਼ਿਸ਼ ਤੇਰੇ 'ਤੇ ਹੋ ਜਾਏਗੀ ਬਹੁਤ ਵੱਡੀ। ਫਿਰ ਅਗਲੇ ਪਾਸੇ ਸਤਿਗੁਰੂ ਜੀ ਕਹਿੰਦੇ ਭਾਈ ਰੇ ਗੁਰਬਿਨ ਭਗਤ ਨਾ ਹੋਏ, ਜਿੰਨਾ ਚਿਰ ਸਾਡੇ ਅੰਦਰ ਗੁਰੂ ਦੀ ਸਿੱਖਿਆ ਨਹੀਂ ਆਉਂਦੀ, ਸਤਿਗੁਰੂ ਜੀ ਕਹਿੰਦੇ ਉਹਨਾਂ ਚਿਰ ਜਿਹੜਾ ਭਗਤੀ ਰੂਪ ਜਿਹੜਾ ਬੀਜ ਹੈ ਇਹ ਨਹੀਂ ਉੱਗਦਾ। ਉਦੋਂ ਉੱਗਦਾ ਹੈ ਜਦੋਂ ਗੁਰੂ ਕਿਰਪਾ ਕਰੇ, ਗੁਰੂ ਦੀ ਆਗਿਆ ਦੇ ਵਿੱਚ ਆ ਜਾਈਏ, ਉਦੋਂ ਕਿਰਪਾ ਹੁੰਦੀ ਹੈ। ਅਗਲੇ ਪਾਸੇ ਸਤਿਗੁਰੂ ਜੀ ਕਹਿੰਦੇ ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਇ, ਕਹਿੰਦੇ ਭਾਵੇਂ ਜਿੰਨਾ ਮਰਜ਼ੀ ਕਹੀਏ ਕਿ ਅਸੀਂ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਕਹਿੰਦੇ ਜਿੰਨਾ ਚਿਰ ਗੁਰੂ ਨੂੰ ਨਾ ਭਾਵੇ, ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ, ਉਹਨਾਂ ਚਿਰ ਅੰਦਰ ਜਿਹੜਾ ਹੈ ਬੀਜ ਨਹੀਂ ਉੱਗਦਾ, ਉਹਨਾਂ ਚਿਰ ਇਹ ਅਵਸਥਾ ਨਹੀਂ ਬਣਦੀ। ਕਹਿੰਦੇ ਜਿਵੇਂ ਪਤੀ ਨੇ ਪਤਨੀ ਨੇ ਆਪਣਾ ਤਨ ਮਨ ਪਤੀ ਨੂੰ ਦੇ ਦਿੱਤਾ ਹੈ, ਉਹਦੀ ਆਗਿਆਕਾਰ ਦੇ ਵਿੱਚ ਹੈ, ਇਸੇ ਤਰ੍ਹਾਂ ਜਦੋਂ ਤੂੰ ਪਰਮਾਤਮਾ ਨੂੰ ਆਪਣਾ ਤਨ ਮਨ ਦੇ ਦੇਂਗਾ, ਉਦੋਂ ਫਿਰ ਗੁਰੂ ਕਿਰਪਾ ਕਰਦਾ ਹੈ ਅਤੇ ਭਗਤੀ ਦਾ ਬੀਜ ਜਿਹੜਾ ਹੈ ਅੰਦਰ ਉੱਭਰ ਆਉਂਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਗੈਰ ਗੱਲ ਨਹੀਂ ਬਣਦੀ, ਪਰਮਾਤਮਾ ਤੋਂ ਬਗੈਰ ਗੱਲ ਨਹੀਂ ਬਣਨੀ। ਬਿਨ ਗੁਰ ਭਗਤ ਨਾ ਪਾਈਐ, ਜੇ ਲੋਚੈ ਸਭ ਕੋਇ, ਕਹਿੰਦੇ ਬੜਾ ਖੋਜ ਕਰਦੇ ਨੇ ਕਿਸ ਤਰ੍ਹਾਂ ਪਰਮਾਤਮਾ ਨੂੰ ਪਾਇਆ ਜਾਏ। ਕਹਿੰਦੇ ਜਿੰਨਾ ਮਰਜ਼ੀ ਖੋਜੀ ਜਾਓ, ਜਿੰਨਾ ਚਿਰ ਉਹਨੂੰ ਤਨ ਮਨ ਨਹੀਂ ਦਿੰਦੇ, ਉਹਨਾਂ ਚਿਰ ਅੰਦਰ ਭਗਤੀ ਰੂਪ ਜਿਹੜਾ ਬੀਜ ਹੈ ਉਹ ਨਹੀਂ ਉਗਰਦਾ। ਇੱਥੋਂ ਤਾਈਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਗੁਰਮੁਖਾਂ, ਉਹਨਾਂ ਜਗਿਆਸੂਆਂ ਦੀ ਗੱਲ ਕੀਤੀ ਹੈ ਜਿਹੜੇ ਨਾਮ ਜਪਦੇ ਨੇ, ਕਿ ਸਾਡੇ ਅੰਦਰ ਅਸੀਂ ਨਾਮ ਬਹੁਤ ਜਪਦੇ ਹਾਂ ਪਰ ਸਾਡੀ ਉਹ ਅਵਸਥਾ ਨਹੀਂ ਬਣਦੀ ਜਿਹੜੀ ਅਸੀਂ ਅਵਸਥਾ ਬਣਾਉਣੀ ਚਾਹੁੰਦੇ ਹਾਂ। ਤਾਂ ਸਤਿਗੁਰਾਂ ਨੇ ਇਹਦੇ 'ਚ ਖੋਲ੍ਹ ਕੇ ਦੱਸ ਦਿੱਤਾ ਕਿ ਤਨ ਮਨ ਗੁਰੂ ਨੂੰ ਦੇਣਾ ਪਏਗਾ, ਫਿਰ ਉਹ ਅਵਸਥਾ ਜਿਹੜੀ ਹੈ ਬਣੇਗੀ। ਹੁਣ ਅਗਲੇ ਪਾਸੇ ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਕਹਿੰਦੇ 184 ਫੇਰ ਪਿਆ ਕਾਮਣ ਦੂਜੈ ਪਾਏ। ਹੁਣ ਇੱਥੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਜੀਵ ਮਨੁੱਖ ਹੈ ਮਨਮੁਖ ਹੋ ਕੇ ਕਿ ਹੋਰਾਂ ਦੀਆਂ ਪੂਜਾ ਕਰਦਾ ਹੈ ਅਤੇ 84 ਲੱਖ ਜੂਨ ਦੇ ਵਿੱਚ ਪਿਆ ਹੋਇਆ ਹੈ, ਚੱਕਰ ਦੇ ਵਿੱਚ ਪਿਆ ਹੋਇਆ ਹੈ, ਭਰਮ ਦੇ ਵਿੱਚ ਪਿਆ ਹੋਇਆ ਹੈ। ਕਾਮਣ ਦੂਜੈ ਭਾਏ, ਜਿਵੇਂ ਇੱਕ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਹੋਰਾਂ ਪਤੀਆਂ ਦੇ ਭਾਵ ਕਿ ਖਿਆਲ ਦੇ ਵਿੱਚ ਰਹਿੰਦੀ ਹੈ, ਹੋਰਾਂ ਮਰਦਾਂ ਦੇ ਖਿਆਲਾਂ ਦੇ ਵਿੱਚ ਰਹਿੰਦੀ ਹੈ, ਜਿਵੇਂ ਮਰਦ ਹੈ ਹੋਰ ਇਸਤਰੀਆਂ ਦੇ ਖਿਆਲਾਂ ਦੇ ਵਿੱਚ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਜੀਵ ਰੂਪ ਮਨੁੱਖ ਹੈ ਪਰਮਾਤਮਾ ਨੂੰ ਛੱਡ ਕੇ ਤੇ ਮੜੀਆਂ ਅਤੇ ਕਬਰਾਂ ਦੀ ਪੂਜਾ ਕਰਦਾ ਹੈ, ਹੋਰ ਦੀਆਂ ਪੂਜਾ ਕਰਦਾ ਹੈ। ਇਸ ਕਰਕੇ 84 ਲੱਖ ਗੇੜੇ ਦੇ ਵਿੱਚ ਪਿਆ ਹੋਇਆ ਹੈ ਅਤੇ ਜੂਨ ਭੋਗਦਾ ਹੈ। 184 ਫੇਰ ਪਿਆ ਕਾਮਣ ਦੂਜੈ ਭਾਏ, ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ। ਹੁਣ ਨੀਂਦ ਕਿਹਨੂੰ ਕਹਿੰਦੇ? ਜਿਹਦੇ ਪਰਮਾਤਮਾ ਕਹਿੰਦੇ ਕਿ ਇਸ ਮਨੁੱਖ ਦੇ ਅੰਦਰ ਕੋਈ ਸੁੱਖ ਨਹੀਂ ਹੈ, ਸਾਰਾ ਦਿਨ ਦੁਖੀ ਹੁੰਦਾ ਹੈ, ਰਾਤ ਨੂੰ ਕਹਿੰਦੇ ਇਹਨੂੰ ਨੀਂਦ ਵੀ ਨਹੀਂ ਆਉਂਦੀ, ਇੰਨਾ ਦੁਖੀ ਹੈ, ਅੱਤ ਦਾ ਦੁਖੀ ਹੋਇਆ ਪਿਆ ਹੈ ਕਿ ਮੈਨੂੰ ਸੁੱਖ ਕਿੱਥੋਂ ਮਿਲਣਾ। ਦੁਖੀ ਰਹਿਣ ਵਿਹਾਏ, ਕਹਿੰਦੇ ਰਾਤ ਵੀ ਇਹਦੀ ਦੁੱਖਾਂ ਦੇ ਵਿੱਚ ਹੀ ਲੰਘਦੀ ਹੈ, ਚਿੰਤਾ ਦੇ ਵਿੱਚ ਹੀ ਲੰਘਦੀ ਹੈ। ਕਿਉਂ? ਕਿਉਂਕਿ ਇਸ ਨੇ ਪਰਮਾਤਮਾ ਨੂੰ ਛੱਡ ਦਿੱਤਾ ਹੈ, ਭਰਮ ਦੇ ਵਿੱਚ ਪੈ ਗਿਆ, ਪਰਮਾਤਮਾ ਨੂੰ ਛੱਡ ਦਿੱਤਾ ਹੈ। ਬਿਨ ਗੁਰ, ਗੁਰੂ ਤੋਂ ਬਗੈਰ, ਗੁਰੂ ਹੀ ਸਿੱਖਿਆ ਦਿੰਦਾ ਹੈ। ਗੁਰੂ ਸਾਡਾ ਕੌਣ ਹੈ? ਗੁਰਬਾਣੀ ਹੈ। ਗੁਰਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਇਹ ਭਾਈ ਨਾਮ ਜਪ, ਸਿਮਰਨ ਕਰ, ਭਾਵਨਾ ਰੱਖ, ਤੇਰੇ ਸਾਰੇ ਦੁੱਖ ਕੱਟੇ ਜਾਣਗੇ। ਤਾਂ ਅਗਲੇ ਪਾਸੇ ਤਾਂ ਸਤਿਗੁਰੂ ਜੀ ਕਹਿੰਦੇ ਰਹਾਉ ਦੀਆਂ ਤੁਕਾਂ ਦੇ ਵਿੱਚ ਕਿ ਇਹ ਭਾਈ ਜਿਹੜੇ ਨਹੀਂ ਜਪਦੇ, ਜਿਹੜੇ ਭਟਕ ਰਹੇ ਨੇ, ਉਹਨਾਂ ਨੂੰ ਰਾਤ ਨੂੰ ਸੌਣ ਲੱਗਿਆਂ ਵੀ ਨੀਂਦ ਨਹੀਂ ਆਉਂਦੀ, ਉਹ ਨੀਂਦ ਦੇ ਵਿੱਚ ਵੀ ਦੁਖੀ ਰਹਿੰਦੇ ਨੇ। ਬਿਨ ਗੁਰ ਨੀਂਦ ਨ ਆਵਈ ਦੁਖੀ ਰਹਿਣ ਵਿਹਾਏ, ਬਿਨ ਸ਼ਬਦੈ ਪਿਰ ਨਾ ਪਾਈਐ ਬਿਰਥਾ ਜਨਮ ਗਵਾਈ।
क्योंकि सानू कहते सतगुरु जी कहते गुरु दी ओट आसरा लै। गुरु कौन है? सतगुरु जी कहते शब्द, तो शब्द दे नाल जिहड़ा पिर है पति परमात्मा वो मिलदा है। वाहिगुरु गुरमंत्र शब्द है, राम जिहड़ा शब्द है, अल्लाह शब्द है। कहते जदों इस नूं जपीदा है, जपदिया जपदिया परमात्मा दे दर्शन होने शुरू हो जाते हैं। जिहड़ा साडा पिर ते पति परमात्मा है कहते उहदे नाल मिलाप हो जाता है मनुख दा। ये अखर नाए वो अखर खिर जाहे। कहते कि जिहड़े अखर ने वाहिगुरु दे 4 अखर, ये जदों मनुख अभ्यास करता है हौली हौली करदा करदा कहते इन्नी उच्ची अवस्था हो जाती है, खिर जाते हैं, कल्ले कल्ले हो जाते हैं जपदिया जपदिया। तो जिथों ये आए ने तो कहते उत्थे वो लै जाते हैं। कित्थे लैके जाते हैं? कहते सचखंड। सचखंड कौन है? कहते निरंकार बैठा है, जिहड़ा पति परमात्मा बैठा है, कहते उहदे कोले लै जाते ने। तां सतगुरु जी कहते बिन शब्दै पिर ना पाईए। वो परमात्मा जिहड़ा पति है, पिर है, कहते शब्द तो बगैर मिलाप नहीं हो सकता। होर जिथे मर्जी भटकदा फिर, जिन्ना चिर शब्द का अभ्यास नहीं करता उन्ना चिर तेरे अंदरों भरम भी नहीं जाता। बिन शब्द पिर ना पाईए बिरथा जन्म गवाए। कहते व्यर्थ तेरा जन्म जा रहा है। हाँ हाँ करती जग फिरी ना धन संपै नाल। कहते हंगता दे विच हंकार दे विच सारी दुनिया सतगुरु जी कहते फसी हुई है। ना धन संपै नाल, कहते इन्ना हंकार है धन दौलत का, ये परमात्मा का रस्ता ही भुल गया है। कहते परमात्मा का रस्ता भुल गया तो सतगुरु जी कहते ना ये ना धन जाना है, ना संपत्ति, ना कोई दौलत, कुछ भी नहीं जाना। ये कहते सारी दुनिया इस चक्कर दे विच फसी हुई है, हाँ हाँ करदी फिरदी है। हाँ हाँ करती जग फिरी ना धन संपै नाल। कहते जिहड़ी जीव रूप आत्मा है हंगता दे विच हंकार दे विच फस गई है। अंधी नाम न चेतई सब बाधी जम काल। कहते कि ये मनुख है भाई तू अज्ञान दे हनेरे विच अन्ना हो चुकिया है, तेनू ज्ञान नहीं है किसी गल दा। सब बाधी जम काल, कहते जमा दी फांसी तेरे गल दे विच पई हुई है। जम तेरे नाल नाल तुरे फिरदे ने कि तेरा अज्ञानता दे हनेरे विच तुर रहा है। जिहड़े शब्द का अभ्यास करना है तू वो कर नहीं रहा। सतगुर मिलिया धन पाया हर नामा हृदय संभाल। धन गुरु अमरदास सच्चे पातशाह जी कहते जिन्हां ने सतगुरां दी गल नूं मान लिया, कहते धन रूपी जिहड़ा परमात्मा दा नाम है वो प्राप्त हो गया। हर नामा हृदय संभाल, कहते उन्होंने अपने हिरदे दे विच नाम नूं संभाल लिया है। नाम रते से निर्मले गुर कै सहज सुभाए। कहते जिहड़े नाम दे नाल रंगे गए रते गए शब्द का अभ्यास कर करके कहते ऐसी उन्हां दी सहज अवस्था हो गई तो उन्हां दा शांत सुभाव हो गया। ऐसी कृपा गुरु ने कर दिते। मन तन राता रंग सियों, कहते उन्हां दा मन भी रंगिया गया ते तन भी सेवा कर करके उन्हां दा निर्मल हो गया। रंग सियों रसना रसन रसाए, कहते जप जप के उन्हां दी रसना जिहड़ी है वो भी पवित्र हो गई है। कोई भी बचन करते ने कहते ऐसे फुल किरदे ने उन्हां दे अंदरों, ऐसी जिहड़ी रसना है अमृत दे नाल भर गई है उन्हां दे। तां सतगुरु जी कहते मन तन रता रंग स्यों रसना रसन रसाए। ऐसी कृपा हो जाती है। रारा रस निरस कर जानिया होए निरस सो रस पहचानिया। धन गुरु अर्जन देव सच्चे पातशाह जी कहते कि जिन्हां ने परमात्मा नूं पछाण लिया उस दा अमृत रूप ही हो गए। यह रस छाड़े ओह रस आवा, यह रस पिया यह रस नहीं भावा। दो रस ने, क्योंकि एक संसार का रस है, पदार्थां का रस है, धन दौलत का रस है,
ਇੱਕ ਰਸ ਹੈ ਨਾਮ ਦਾ ਤੇ ਪਰਮਾਤਮਾ ਦਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਰਸ ਮੈਂ ਛੱਡ ਦਿੱਤਾ ਤੇ ਜਿਹੜਾ ਅਸਲ ਰਸ ਹੈ ਨਾਮ ਰੂਪੀ ਉਸ ਨੂੰ ਮੈਂ ਗ੍ਰਹਿਣ ਕਰ ਲਿਆ। ਤੇ ਕਹਿੰਦੇ ਜਦੋਂ ਉਸ ਰਸ ਨੂੰ ਮੈਂ ਗ੍ਰਹਿਣ ਕਰ ਲਿਆ ਤੇ ਉਹ ਰਸ ਜਿਹੜਾ ਹੈ, ਜਿਹੜੇ ਰਸ ਦੇ ਵਿੱਚ ਜੀ ਰਹੀ ਹੈ ਜੀਵ ਆਤਮਾ, ਕਹਿੰਦੇ ਉਹ ਵੀ ਰਸ ਫਿਰ ਜਿਹੜਾ ਹੈ ਸੰਤੋਖੀ ਬਣ ਗਿਆ। ਐਸੀ ਕਿਰਪਾ ਹੋਈ ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋੜਿਆ ਲਾਏ। ਕਹਿੰਦੇ ਐਸੀ ਕਿਰਪਾ ਹੋ ਗਈ ਉਹਨਾਂ ਗੁਰਮੁਖਾਂ 'ਤੇ, ਐਸਾ ਰੰਗ ਚੜ੍ਹ ਗਿਆ ਤੇ ਕਹਿੰਦੇ ਕਿ ਉਹਨਾਂ ਨੂੰ ਜਿੰਨਾ ਮਰਜ਼ੀ ਕੋਈ ਦੂਰ ਕਰ ਲਵੇ ਪਰ ਉਹ ਪਰਮਾਤਮਾ ਤੋਂ ਕਦੇ ਵੀ ਦੂਰ ਨਹੀਂ ਹੋ ਸਕਦੇ। ਉਹਨਾਂ ਦਾ ਭਾਵੇਂ ਬੰਦ ਵੀ ਕੱਟਿਆ ਗਿਆ ਪਰ ਉਹਨਾਂ ਨੂੰ ਐਸਾ ਰੰਗ ਚੜ੍ਹ ਗਿਆ, ਉਹ ਪਰਮਾਤਮਾ ਦੇ ਹੀ ਹੋ ਕੇ ਰਹਿ ਗਏ। ਮਨ ਤਨ ਰਤਾ ਰੰਗ ਸਿਉ ਰਸਨਾ ਰਸ ਰਸਾਏ, ਨਾਨਕ ਰੰਗ ਨਾ ਉਤਰੈ ਜੋ ਹਰ ਧੁਰ ਛੋੜਿਆ ਲਾਏ। ਜਿਨ੍ਹਾਂ ਨੂੰ ਰੰਗ ਚੜ੍ਹ ਜਾਂਦਾ ਹੈ ਉਹ ਪਰਮਾਤਮਾ ਦੇ ਹੋ ਜਾਂਦੇ ਨੇ, ਜਿਨ੍ਹਾਂ ਨੂੰ ਨਹੀਂ ਚੜ੍ਹਦਾ ਉਹ 84 ਲੱਖ ਜੂਨ ਦੇ ਵਿੱਚ ਉਹ ਭਟਕਦੇ ਰਹਿੰਦੇ ਨੇ। ਇਸ ਕਰਕੇ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੇ ਸਾਨੂੰ ਸਮਝਾਇਆ। ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਐਸੀ ਕਿਰਪਾ ਸਤਿਗੁਰੂ ਜੀ ਕਰਦੇ ਨੇ, ਕਿਉਂਕਿ ਇਹ ਬਾਣੀ ਜਿੰਨੇ ਵੀ ਇਹ ਆਪਾਂ ਪੜ੍ਹਦੇ ਹਾਂ, ਨਾਲੇ ਸਾਡਾ ਹੌਲੀ ਹੌਲੀ ਸਹਿਜ ਪਾਠ ਹੋ ਰਿਹਾ ਹੈ, ਨਾਲੇ ਸਾਨੂੰ ਗੁਰਬਾਣੀ ਦੀ ਸਮਝ ਆ ਰਹੀ ਹੈ। ਆਪਾਂ ਜਿੰਨਾ ਮਰਜ਼ੀ ਸੁਖਮਨੀ ਸਾਹਿਬ ਕਰਦੇ ਹਾਂ, ਸਹਿਜ ਪਾਠ ਕਰ ਲਈਏ, ਬਾਣੀ ਫਲ ਜ਼ਰੂਰ ਦਿੰਦੀ ਹੈ। ਜਦੋਂ ਸਾਨੂੰ ਸਮਝ ਆ ਜਾਏ ਫਿਰ ਮਨੁੱਖ ਜਿਹੜਾ ਹੈ ਉਹ ਰਸਤਾ ਪਕੜ ਲੈਂਦਾ ਹੈ ਜੋ ਗੁਰਬਾਣੀ ਕਹਿੰਦੀ ਹੈ, ਅਤੇ ਉਹਦਾ ਕੁਛ ਫਿਰ ਆਨੰਦ ਹੋਰ ਆਉਂਦਾ ਹੈ ਪੜ੍ਹਨ ਦਾ ਅਤੇ ਸੁਣਨ ਦਾ। ਜਦੋਂ ਕਿਉਂਕਿ ਆਪਾਂ ਰੋਜ਼ ਗੁਰਬਾਣੀ ਦੇ ਅਰਥ ਸੁਣਦੇ ਹਾਂ, ਜਦੋਂ ਹੁਕਮਨਾਮਾ ਆਉਂਦਾ ਹੈ ਆਪਾਂ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਹੈ ਗੁਰਬਾਣੀ ਕੀ ਕਹਿ ਰਹੀ ਹੈ, ਸਾਨੂੰ ਸਿੱਖਿਆ ਆਉਣ ਲੱਗ ਜਾਂਦੀ ਹੈ। ਜੇ ਆਪਾਂ ਨੂੰ ਇਸ ਗੁਰਬਾਣੀ ਦੇ ਅਰਥਾਂ ਦਾ ਨਾ ਪਤਾ ਹੋਵੇ, ਬਾਣੀ ਚੱਲਦੀ ਹੋਵੇ, ਪਤਾ ਲੱਗੇਗਾ ਹਾਂ ਬਾਣੀ ਚੱਲਦੀ ਹੈ, ਪਰ ਇਹ ਨਹੀਂ ਪਤਾ ਲੱਗੇਗਾ ਕੀ ਕਹਿ ਰਹੀ ਹੈ। ਫਿਰ ਸਾਨੂੰ ਹੌਲੀ ਹੌਲੀ ਆਪਣੇ ਆਪ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਕਿਰਪਾ ਕਰਦਾ ਹੈ, ਕਿਉਂਕਿ ਗੁਰਬਾਣੀ ਮਰਿਆਦਾ ਦੇ ਅਨੁਸਾਰ ਪੜ੍ਹੀ ਜਾਵੇ ਅਤੇ ਸਭ ਤੋਂ ਵੱਡੀ ਗੁਰੂ ਕਿਰਪਾ ਕਰਦਾ ਹੈ। ਕਿਉਂਕਿ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਅਜੇ ਵੀ ਸੰਪਰਦਾਇਆਂ ਦੇ ਵਿੱਚ ਗੁਰਬਾਣੀ ਮਰਿਆਦਾ ਦੇ ਨਾਲ ਪੜ੍ਹੀ ਜਾਂਦੀ ਹੈ। ਪਹਿਲਾਂ ਕੀ ਹੁੰਦਾ ਸੀ, ਅਖੰਡ ਪਾਠ ਸਾਹਿਬ ਘਰ ਦੇ ਵਿੱਚ ਆਰੰਭ ਹੋਣਾ ਅਤੇ ਨਾਲ ਜਪਜੀ ਸਾਹਿਬ ਆਰੰਭ ਹੋਣਾ। ਕਿਉਂਕਿ ਜਦੋਂ ਜਪਜੀ ਸਾਹਿਬ ਨਾਲ ਆਰੰਭ ਕਰਨਾ, ਜਪਜੀ ਸਾਹਿਬ ਆਰੰਭ ਕਰਨ ਦਾ ਮਤਲਬ ਕੀ ਸੀ, ਕਿਉਂਕਿ ਹੁਣ ਸਮਾਂ ਕਲਯੁੱਗ ਦਾ ਇੰਨੀ ਸਪੀਡ ਦੇ ਨਾਲ ਹਰੇਕ ਚੀਜ਼ ਘਟਦੀ ਜਾ ਰਹੀ ਹੈ। ਕਿਉਂਕਿ 10ਵੇਂ ਪਾਤਸ਼ਾਹ ਜੀ ਨੇ 10ਮ ਗ੍ਰੰਥ ਸਾਹਿਬ ਦੇ ਵਿੱਚ ਕਲਯੁੱਗ ਬਾਰੇ ਸਭ ਕੁਝ ਲਿਖ ਦਿੱਤਾ ਹੈ। ਕਲਯੁੱਗ ਦੇ ਵਿੱਚ ਕੀ ਵਰਤਾਰਾ ਹੋਣਾ ਹੈ, ਕਹਿੰਦੇ ਇੱਥੋਂ ਤਾਈਂ ਮਨੁੱਖ ਦੇ ਹਾਲਤ ਹੋ ਜਾਣੀ ਹੈ। ਗੁਰੂ ਸ਼ਬਦ ਨੂੰ ਛੱਡ ਕੇ, ਧਰਮ ਗ੍ਰੰਥਾਂ ਨੂੰ ਛੱਡ ਕੇ ਮਨੁੱਖ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦੇਵੇਗਾ। ਇਹੋ ਜਿਹੇ ਹਾਲਾਤ ਹੋ ਜਾਣਗੇ, ਪਿਓ ਦਾ ਅਤੇ ਧੀ ਦਾ ਜਿਹੜਾ ਰਿਸ਼ਤਾ ਉਹ ਖਤਮ ਹੋ ਜਾਏਗਾ, ਪਸ਼ੂਆਂ ਵਾਲਾ ਹਾਲਾਤ ਹੋ ਜਾਣਗੇ। ਕਹਿੰਦੇ ਇਹ ਕਲਯੁੱਗ ਦਾ ਵਰਤਾਰਾ ਹੋ ਰਿਹਾ ਹੈ। ਅਤੇ ਕਹਿੰਦੇ ਕਿ ਇਹਨੇ ਕਲਯੁੱਗ ਨੇ ਇੰਨਾ ਭਿਆਨਕ ਸਮਾਂ ਆਉਣਾ ਹੈ। ਕਹਿੰਦੇ ਜਿਹੜੇ ਨਾਮ ਜਪਣਗੇ, ਜਿਨ੍ਹਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ, ਨਾਮ ਜਪਣਗੇ, ਉਹ ਇਸ ਹਵਾ ਤੋਂ ਬਚ ਜਾਣਗੇ। ਨਹੀਂ ਤਾਂ ਇਹ ਜਿਹੜੀ ਹਨੇਰੀ ਹੈ ਕਲਯੁੱਗ ਦੀ ਸਾਰਿਆਂ ਨੂੰ ਵਿੱਚ ਵਲੇਟ ਕੇ ਲੈ ਜਾਏਗੀ। ਹੌਲੀ ਹੌਲੀ ਇਹ ਚੀਜ਼ ਦਾ ਜ਼ੋਰ ਪੈ ਰਿਹਾ ਹੈ। ਪਹਿਲਾਂ ਜਪਜੀ ਸਾਹਿਬ ਨਾਲ ਆਰੰਭ ਕਰਨਾ ਅਤੇ ਪਾਠੀ ਸਿੰਘਾਂ ਨੇ ਪਾਠ ਕਰਨਾ, ਘਰ ਦੇ ਵਿੱਚ ਰਹਿਣਾ ਅਤੇ ਪਰਿਵਾਰ ਨੇ ਸੇਵਾ ਕਰਨੀ, ਨਹੀਂ ਅਤੇ ਉਹਨਾਂ ਨੂੰ ਬਹੁਤ ਵੱਡਾ ਫਲ ਮਿਲਦਾ ਸੀ। ਜੋ ਵੀ ਕਾਰਜ ਵਾਸਤੇ ਪਾਠ ਕਰਾਉਣਾ ਅਤੇ ਉਹ ਜਿਹੜਾ ਫਲ ਮਿਲਦਾ ਸੀ ਉਹਨਾਂ ਦਾ ਕਾਰਜ ਹੋ ਜਾਂਦਾ ਸੀ। ਹੁਣ ਆਪਾਂ ਕਰਾਉਂਦੇ ਹਾਂ, ਕਾਰਜ ਨਹੀਂ ਹੁੰਦਾ, ਫਿਰ ਆਪਾਂ ਦੁਖੀ ਹੋ ਜਾਂਦੇ। ਇੰਨਾ ਪੈਸਾ 20-25 ਹਜ਼ਾਰ ਰੁਪਈਆ ਵੀ ਲਾ ਲਿਆ ਅਤੇ ਕੰਮ ਫੇਰ ਨਹੀਂ ਹੋਇਆ। ਉਹ ਸਾਡੇ 'ਚ ਕਮੀਆਂ ਆ ਗਈਆਂ ਨੇ। ਜਪਜੀ ਸਾਹਿਬ ਆਰੰਭ ਕਰਨ ਦਾ ਮਤਲਬ ਨਾਲ ਕੀ ਹੁੰਦਾ ਸੀ, ਜਦੋਂ ਆਪਾਂ ਅਖੰਡ ਪਾਠ ਸਾਹਿਬ ਕਰਦੇ ਹਾਂ, ਅਖੰਡ ਪਾਠ ਸਾਹਿਬ ਕਰਦੇ ਹਾਂ ਕਿਉਂਕਿ ਆਪਾਂ ਅਖੰਡ ਦਾ ਮਤਲਬ ਹੈ ਨਿਰੰਤਰ ਬਾਣੀ ਚੱਲਣੀ, 48 ਘੰਟੇ 50 ਘੰਟੇ ਨਿਰੰਤਰ, ਜਿਹਨੂੰ ਕਹਿੰਦੇ ਕਿ ਰੁਕੇ ਨਾ। ਅਖੰਡ ਉਹਨੂੰ ਕਹਿੰਦੇ ਜਿਹੜੀ ਚੀਜ਼ ਨਾ ਰੁਕਣ ਵਾਲੀ। ਜਦੋਂ ਅਖੰਡ ਪਾਠ ਸਾਹਿਬ ਹੁੰਦਾ ਹੈ, ਜਦੋਂ ਆਪਾਂ ਪੰਕਤੀਆਂ ਪੜ੍ਹਦੇ ਹਾਂ ਅਤੇ ਵਿੱਚ ਆਪਾਂ ਸਾਹ ਵੀ ਲੈਂਦੇ ਹਾਂ ਰੁਕ ਕੇ,
ਜਪਜੀ ਸਾਹਿਬ ਪੜ੍ਹਨ ਦਾ ਮਤਲਬ ਇਹ ਹੁੰਦਾ ਸੀ ਕਿ ਜਿਹੜਾ ਆਪਾਂ ਸਾਹ ਲਿਆ ਹੈ ਬਾਣੀ ਪੜ੍ਹਦਿਆਂ ਹੋਇਆਂ, ਉਹ ਜਪਜੀ ਸਾਹਿਬ ਦੀ ਜਿਹੜੀ ਮਾਲਾ ਹੈ ਵਿੱਚ ਜੁੜ ਜਾਂਦੇ ਸੀ, ਉਹ ਅੱਖਰ ਵਿੱਚ ਨਾਲ ਜੁੜ ਜਾਂਦੇ ਕਿ ਨਿਰੰਤਰ ਜਿਹੜਾ ਅਖੰਡ ਪਾਠ ਦੇ ਵਿੱਚ ਕੋਈ ਵਿਘਨ ਨਾ ਪਵੇ। ਦੂਸਰੀ ਗੱਲ, ਜਦੋਂ ਅਖੰਡ ਪਾਠ ਸਾਹਿਬ 1430 ਅੰਗ ਦੀ ਬਾਣੀ ਤਾਂ ਘਰ ਦੇ ਵਿੱਚ ਪੜ੍ਹੀ ਗਈ, ਨਾਲ 2-3 ਹਜ਼ਾਰ ਜਪਜੀ ਸਾਹਿਬ ਦਾ ਪਾਠ ਘਰ ਦੇ ਵਿੱਚ ਹੋ ਜਾਂਦਾ ਸੀ। ਉਸ ਘਰ ਦੇ ਵਿੱਚ ਬਹੁਤ ਵੱਡੀ ਕਿਰਪਾ ਹੋ ਜਾਂਦੀ ਸੀ। ਉਹਨੂੰ ਮਰਿਆਦਾ ਦੇ ਨਾਲ ਪੜ੍ਹਿਆ ਜਾਂਦਾ ਸੀ। ਹਵਨ ਸਮੱਗਰੀ ਨਾਲ ਬਣਾਉਣੀ ਸਾਰੀ ਆਪ ਹੱਥਾਂ ਦੇ ਨਾਲ ਕੁੱਟ ਕੇ ਸਾਰੀ ਤਿਆਰ ਕਰਨੀ। 30-35 ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ। ਜੇ ਆਪਾਂ 1 ਕਿਲੋ ਹਵਨ ਸਮੱਗਰੀ ਬਣਾਉਣੀ ਹੋਵੇ ਤੇ 1500-1600 ਰੁਪਈਆ ਲੱਗਦਾ ਉਸ ਹਵਨ ਸਮੱਗਰੀ ਬਣਾਉਣ ਦੇ ਨਾਲ। ਉਹਦੇ ਨਾਲ ਜਦੋਂ ਅਖੰਡ ਪਾਠ ਸਾਹਿਬ ਹੁੰਦਾ ਸੀ, ਇੱਕ ਸਿੰਘ ਨੇ ਬਾਹਰ 3 ਸਿੰਘਾਂ ਦੀ ਡਿਊਟੀ ਲੱਗ ਜਾਣੀ ਕਿ ਤੁਸੀਂ ਬਾਹਰ ਬਹਿ ਕੇ ਸਮੱਗਰੀ ਪਾਈ ਜਾਣੀ। ਹੁਣ ਇਹ ਆਪਣਾ ਰੈਡੀਮੇਡ ਕੰਮ ਹੋ ਗਿਆ ਅਗਰਬੱਤੀਆਂ ਦਾ, ਇਹ ਵੀ ਹਵਨ ਹੈ। ਅਗਰਬੱਤੀਆਂ ਹੁਣ ਪਤਾ ਨਹੀਂ ਕਿੰਨੇ ਬਣਾਈਆਂ ਨੇ, ਕੌਣ ਬਣਾ ਰਿਹਾ ਹੈ ਤੇ ਕੀ ਹੈ ਇਹਦੇ ਵਿੱਚ, ਪਰ ਆਪਾਂ ਵਰਤਦੇ ਹਾਂ ਕਿਉਂਕਿ ਸਾਨੂੰ ਆਪਾਂ ਪਤਾ ਹੈ ਕਿ ਗੁਰੂ ਮਹਾਰਾਜ ਦੇ ਕੋਲ ਕੋਈ ਨਾ ਕੋਈ ਚੀਜ਼ ਤਾਂ ਲਾਉਣੀ ਹੈ। ਉਸ ਚੀਜ਼ ਨੂੰ ਘਟਾ ਦਿੱਤਾ, ਹਵਨ ਸਮੱਗਰੀ ਨੂੰ। ਉਹ ਆਪਣੇ ਹੱਥ ਦੇ ਨਾਲ ਬਣਾਈ ਦੀ ਸੀ। ਜਦੋਂ ਉਹਦੇ ਵਿੱਚ ਘਿਓ ਪੈਂਦਾ ਸੀ, ਪਾਠੀ ਸੰਗ ਪਾਠ ਕਰਦੇ ਤੇ ਕਹਿੰਦੇ ਇੰਨਾ ਵਾਤਾਵਰਨ ਸ਼ੁੱਧ ਹੋ ਜਾਂਦਾ ਸੀ, ਜਿਵੇਂ ਜਿਉਂ ਪਾਠ ਕਰਦੇ ਸੀ ਗਲਾ ਖੁੱਲ੍ਹਦਾ ਸੀ। ਹੁਣ ਆਪਾਂ ਅਗਰਬੱਤੀਆਂ ਲਾਉਂਦੇ ਹਾਂ ਤਾਂ ਪਾਠੀ ਸਿੰਘ ਮਨਾ ਕਰਦੇ ਕਿ ਨਾ ਲਾਓ, ਕਿਉਂ? ਇਹ ਗਲਾ ਫੜਦੀਆਂ ਨੇ, ਪਤਾ ਨਹੀਂ ਕੀ ਪਾਇਆ ਇਹਦੇ ਵਿੱਚ। ਉਹ ਹੱਥ ਦੇ ਨਾਲ ਚੀਜ਼ ਬਣਾਈ ਜਾਂਦੀ ਸੀ। ਹਰੇਕ ਪਾਠ ਜਿਹੜਾ ਮਰਿਆਦਾ ਦੇ ਵਿੱਚ ਹੁੰਦਾ ਸੀ। ਜਿਵੇਂ ਦਸਮ ਦਾ ਪਾਠ ਹੈ, ਇਹ ਵੀ ਇਸੇ ਦੇ ਨਾਲ ਸਮੱਗਰੀ ਦੇ ਨਾਲ ਪਾਠ ਹੁੰਦਾ ਹੈ। ਜਿਵੇਂ ਉਹ ਪਾਠ ਹੁੰਦਾ ਸੀ, ਇਸੇ ਤਰ੍ਹਾਂ ਜਦੋਂ ਦਸਮ ਗ੍ਰੰਥ ਸਾਹਿਬ ਦਾ ਪਾਠ ਸਿੰਘ ਕਰਦੇ ਨੇ, 20-25 ਜਾਣੇ ਉਹ ਸਿੰਘ ਪਾਠ ਕਰਦੇ ਨੇ। ਜਿਵੇਂ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ ਤੇ ਦਸਮ ਗ੍ਰੰਥ ਸਾਹਿਬ ਦੇ 1428 ਅੰਗ ਨੇ। 2 ਅੰਗਾਂ ਦਾ ਫਰਕ ਹੈ। 3 ਦਿਨ ਬਾਣੀ ਉਹ ਚੱਲਦੀ ਹੈ, 3 ਦਿਨ ਹੀ ਅਖੰਡ ਪਾਠ ਸਾਹਿਬ ਦੀ ਬਾਣੀ ਚੱਲਦੀ ਹੈ। ਜਦੋਂ ਦਸਮ ਗ੍ਰੰਥ ਸਾਹਿਬ ਦਾ ਪਾਠ ਕਰਾਉਂਦਾ ਹੈ ਕੋਈ, ਉਹਦੇ ਵਿੱਚ 1 ਟਰਾਲੀ ਗੰਨਿਆਂ ਦੀ ਲੱਗਦੀ ਹੈ। 1 ਟਰਾਲੀ ਗੰਨਿਆਂ ਦੀ, ਨਾਰੀਅਲ, ਕੇਲੇ, ਇਹ ਚੀਜ਼ਾਂ ਸਾਰੀਆਂ ਲੱਗਦੀਆਂ ਤੇ ਹਵਨ ਸਮੱਗਰੀ ਲੱਗਦੀ ਹੈ। ਜਦੋਂ ਪਾਠ ਹੁੰਦਾ ਹੈ, ਕਿਤੇ ਜਾ ਕੇ ਦੇਖਿਓ ਸੰਪਰਦਾਇਆਂ ਦੇ ਵਿੱਚ ਕਿਵੇਂ ਉਹ ਪਾਠ ਕਰਦੇ ਨੇ। ਜਦੋਂ ਕਿਸੇ ਨਗਰ ਨੇ ਕਰਾਉਣਾ ਹੁੰਦਾ ਹੈ ਪਾਠ, ਉਹ ਪਾਠ ਫਿਰ ਸਾਰਾ ਨਗਰ ਰਲ ਕੇ ਕਰਾਉਂਦਾ ਹੈ, ਕਿਉਂਕਿ ਉਹਦੇ ਵਿੱਚ 1.25 ਲੱਖ 1.5 ਲੱਖ ਦਾ ਖਰਚਾ ਆ ਜਾਂਦਾ ਹੈ। ਉਹ ਸਾਰਾ ਨਗਰ ਆਪਣੀ ਚੜ੍ਹਦੀ ਕਲਾ ਵਾਸਤੇ 20-25 ਸਿੰਘਾਂ ਕੋਲੋਂ ਜਥੇਬੰਦੀ ਨੂੰ ਸੱਦ ਕੇ ਤੇ ਉਹ ਪਾਠ ਕਰਾਉਂਦੇ ਨੇ। ਜਿੱਥੇ ਜਿੱਥੇ ਪਾਠ ਉਹ ਚੱਲਦੇ ਰਹਿੰਦੇ ਨੇ ਪਾਠ। ਜਿਵੇਂ ਆਪਾਂ ਚੰਡੀ ਚਰਿੱਤਰ ਦਾ ਪਾਠ ਕਰਾਉਂਦੇ, ਅਸੀਂ ਚੰਡੀ ਚਰਿੱਤਰ ਦੇ ਪਾਠ ਕਰਦੇ ਹਾਂ, ਇਹਦੇ ਵਿੱਚ ਵੀ ਨਾਰੀਅਲ, ਕੇਲੇ ਤੇ ਹਵਨ ਸਮੱਗਰੀ ਲੱਗਦੀ ਹੈ, ਜਿਹੜੀ ਕਿ ਮਰਿਆਦਾ ਦੇ ਵਿੱਚ ਪਾਠ ਕਰਨਾ, ਜਿਹਦਾ ਫਲ ਮਿਲੇ ਅਗਲੇ ਨੂੰ। ਹੁਣ ਜਿਵੇਂ ਕਹਿ ਦਿੰਦੇ ਹਾਂ, ਕੱਲ੍ਹ ਪਰਸੋਂ ਦੀਆਂ ਗੱਲਾਂ ਸੁਣ ਰਿਹਾ ਮੈਂ, ਕਹਿੰਦੇ ਕਿ ਪਾਓ ਪ੍ਰਸ਼ਾਦ ਖਵਾ ਦਿੱਤਾ ਕਿ ਭੂਤ ਪ੍ਰੇਤ ਆ ਗਏ। ਕਿਉਂਕਿ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਦੇ ਹਾਂ, ਕਿਉਂਕਿ ਸਾਡੇ ਅੰਦਰ ਭਰਮ ਪਾ ਦਿੱਤਾ ਇਹਨਾਂ ਚੀਜ਼ਾਂ ਦਾ। ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹਾਂ, ਸ੍ਰੀ ਸਾਹਿਬ ਦੇ ਨਾਲ ਭੋਗ ਗੁਰੂ ਸਾਹਿਬ ਆਪ ਪ੍ਰਸ਼ਾਦ ਛਕਦੇ ਨੇ। ਜਦੋਂ ਆਪਾਂ ਛਕਦੇ ਹਾਂ, ਸਾਡੇ ਰੋਗ ਕੱਟੇ ਜਾਂਦੇ ਨੇ। ਪਹਿਲਾਂ ਸਮੇਂ ਦੇ ਵਿੱਚ ਆਪਾਂ ਜਦੋਂ ਮੱਸਿਆ 'ਤੇ ਜਾਂ ਪੁੰਨਿਆ 'ਤੇ ਜਾਂਦੇ ਹਾਂ, ਆਪਾਂ ਕਰਦੇ ਹਾਂ ਪ੍ਰਸ਼ਾਦਾ ਲੈਂਦੇ ਸਾਂ। ਪ੍ਰਸ਼ਾਦਾ ਛਕਣਾ, ਇੱਕ ਪ੍ਰਸ਼ਾਦਾ ਨਾਲ ਲੈ ਲੈਣਾ ਕਿ ਕੀ ਕਹਿਣਾ ਕਿ ਇਹ ਪ੍ਰਸ਼ਾਦ ਹੈ, ਕਿ ਜਾ ਕੇ ਪਸ਼ੂਆਂ ਨੂੰ ਦੇਵਾਂਗੇ, ਸਾਡੇ ਪਸ਼ੂ ਰਾਜੀ ਰਹਿਣ। ਹੁਣ ਕੀ ਹੋ ਗਿਆ ਹੈ ਕਿ ਇਹ ਚੀਜ਼ ਕੋਈ ਆਈ ਹੈ ਤੇ ਡਰਦਾ ਹੈ, ਪਤਾ ਨਹੀਂ ਕੀ ਚੀਜ਼ ਹੈ। ਕਿਉਂਕਿ ਜਿਹੜੀ ਗੁਰੂ ਘਰ ਦੇ ਵਿੱਚ ਕੋਈ ਵੀ ਚੀਜ਼ ਆ ਜਾਵੇ, ਉਹ ਪ੍ਰਸ਼ਾਦ ਬਣ ਜਾਂਦਾ ਹੈ। ਕਿਉਂਕਿ ਜਦੋਂ ਆਪਾਂ ਚੰਡੀ ਚਰਿੱਤਰ ਦੇ ਜਦੋਂ ਪਾਠ ਕਰਦੇ ਹਾਂ, ਇਹਨੂੰ ਭੋਗ ਲੱਗਦਾ ਹੈ। ਜਿੱਥੇ ਜਿੱਥੇ ਜੰਗ ਹੁੰਦਾ ਹੈ ਉੱਥੇ ਕੱਟਣੇ ਨੇ। ਕਿ ਜਦੋਂ ਅਖੰਡ ਪਾਠ ਸਾਹਿਬ ਦਸਮ ਗ੍ਰੰਥ ਸਾਹਿਬ ਦਾ ਹੁੰਦਾ ਹੈ, ਉਹ ਗੰਨਿਆਂ ਦੀ ਟਰਾਲੀ ਕਿਉਂ ਲੱਗਦੀ ਹੈ? ਜਿੱਥੇ ਜਿੱਥੇ ਜੰਗ ਯੁੱਧ ਹੁੰਦੇ ਨੇ, ਜਦੋਂ ਆਪਾਂ ਚੰਡੀ ਦੀ ਵਾਰ ਪੜ੍ਹਦੇ ਹਾਂ, ਉੱਥੇ ਉੱਥੇ ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਉੱਥੇ ਕੱਟਦੇ ਨੇ। ਉਹਨਾਂ ਕੱਟਣ ਦਾ ਮਤਲਬ ਕੀ ਹੈ ਕਿ ਇਹ ਮਰਿਆਦਾ ਹੈ ਅਤੇ ਉਹ ਸੰਗਤਾਂ ਛਕਦੀਆਂ ਨੇ ਅਤੇ ਉਹਨਾਂ ਦੇ ਰੋਗ ਦੂਰ ਹੁੰਦੇ ਨੇ। ਜਿਵੇਂ ਕਹੀਏ ਨਾ ਕਿ ਆਪਾਂ ਅੰਗਰੇਜ਼ੀ ਦਵਾਈ ਖਾ ਲਈਏ ਅਤੇ ਉਹ ਜਿਹੜਾ ਬੁਖਾਰ ਇੱਕਦਮ ਰੁਕ ਜਾਂਦਾ ਹੈ। ਜੇ ਆਪਾਂ ਦੇਸੀ ਵੈਦ ਕੋਲ ਜਾਈਏ ਅਤੇ ਉਹ ਬੁਖਾਰ ਬਾਹਰ ਆਉਂਦਾ ਹੈ, ਕਿ ਉਹ ਕਹਿੰਦਾ ਕਿ ਇੱਕ ਵਾਰੀ ਤੁਹਾਨੂੰ ਬੁਖਾਰ ਬਹੁਤ ਜ਼ੋਰ ਦੀ ਚੜ੍ਹੇਗਾ ਅਤੇ ਮੁੜ ਕੇ ਬਾਹਰ ਆ ਜਾਏਗਾ। ਇਸੇ ਤਰ੍ਹਾਂ ਜਿਹੜੀ ਪ੍ਰਸ਼ਾਦ ਹੈ ਗੁਰੂ ਦਾ,
ਸਾਡੇ ਅੰਦਰੋਂ ਇਹ ਕਈ ਰੋਗ ਘਟਦਾ ਹੈ। ਇਹ ਨਹੀਂ ਕਿ ਭੂਤ ਪ੍ਰੇਤ ਚਿੰਬੜਦੇ ਨੇ, ਇਹ ਕਈ ਰੋਗ ਘਟਦਾ ਹੈ। ਜਿਹੜਾ ਜਿਹੜਾ ਪ੍ਰਸ਼ਾਦ ਛਕਦਾ ਉਹਦੇ ਰੋਗ ਕੱਟੇ ਜਾਂਦੇ ਨੇ। ਐਸੀ ਕਿਰਪਾ ਗੁਰੂ ਕਰਦਾ ਹੈ। ਇਸ ਭਰਮ ਦੇ ਵਿੱਚ ਨਹੀਂ ਪੈਣਾ। ਕੱਲ੍ਹ ਪਰਸੋਂ ਦਾ ਰੌਲਾ ਪਿਆ ਕਿ ਪਤਾ ਨਹੀਂ ਇੱਥੇ ਕੀ ਪੜ੍ਹ ਦਿੱਤਾ ਹੈ। ਮੈਂ ਕੁਛ ਨਹੀਂ ਪੜ੍ਹਦਾ, ਇੱਥੇ ਗੁਰੂ ਦੀ ਬਾਣੀ ਪੜ੍ਹਦਾ ਹਾਂ, ਸਿੱਖਿਆ ਦਈ ਦੀ, ਕਿਉਂਕਿ ਜੋ ਸਿੱਖਿਆ ਹੈ ਉਹ ਸਿੱਖਿਆ ਦੇਣਾ ਹਾਂ। ਕਿਉਂਕਿ ਇਹ ਗੁਰੂ ਹੈ, ਸਮਰੱਥ ਹੈ। ਇਹਦੇ ਲਾਗੇ ਆਪਾਂ ਕੋਈ ਪਾਪ ਕਰਾਂਗੇ ਤੇ ਜਾਮਨ ਹੋਏਗਾ, ਕਿਉਂਕਿ ਉਹਦਾ ਲੇਖਾ ਦੇਣਾ ਪਏਗਾ। ਕਿਉਂਕਿ ਗੁਰੂ ਸਮਰੱਥ ਹੈ। ਕਿਉਂਕਿ ਜੇ ਆਪਾਂ ਪੁਰਾਤਨ ਮਰਿਆਦਾ ਛੱਡੀ ਹੈ ਤਾਂ ਹੀ ਆਪਾਂ ਸਾਰੇ ਦੁੱਖ ਭੋਗਦੇ ਹਾਂ। ਕਿਧਰੋਂ ਮੀਂਹ ਚੜ੍ਹ ਕੇ ਆ ਜਾਂਦਾ, ਕਿਧਰੋਂ ਹਨੇਰੀਆਂ ਚੜ੍ਹ ਕੇ ਆ ਜਾਂਦੀਆਂ ਨੇ। ਕਿਉਂਕਿ ਆਪਾਂ ਨਹੀਂ ਕਰ ਰਹੇ, ਸਾਰਾ ਸੰਸਾਰ ਹੀ ਇਹ ਚੱਕਰ ਦੇ ਵਿੱਚ ਘੁੰਮ ਗਿਆ ਹੈ ਕਿ ਇਹ ਚੀਜ਼ਾਂ ਛੱਡ ਦਿਓ। ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਮਰਿਆਦਾ ਦੇ ਵਿੱਚ ਪਾਠ ਹੋਣੇ, ਸੇਵਾ ਭਾਵਨਾ ਦੇ ਨਾਲ ਕਰਨੀ, ਸਮੇਂ ਨੇ ਆਪਣੀ ਚਾਲ ਦੇ ਨਾਲ ਚੱਲਣਾ। ਜਿਵੇਂ ਜਿਵੇਂ ਕਲਯੁੱਗ ਵੱਧਦਾ ਜਾ ਰਿਹਾ ਹੈ, ਮਨੁੱਖ ਪਰਮਾਤਮਾ ਤੋਂ ਦੂਰ ਹੁੰਦਾ ਜਾ ਰਿਹਾ ਹੈ, ਆਪਣੀ ਮਰਿਆਦਾ ਨੂੰ ਭੁੱਲਦਾ ਜਾ ਰਿਹਾ ਹੈ। ਨਾ ਧੀ ਪੁੱਤਰ ਦਾ ਕੋਈ ਰਿਸ਼ਤਾ ਰਹਿ ਗਿਆ, ਨਾ ਪੁੱਤ ਦਾ, ਨਾ ਭੈਣ ਦਾ, ਨਾ ਪਿਓ ਦਾ ਰਿਸ਼ਤਾ। ਆਪਾਂ ਵੇਖਦੇ ਹਾਂ ਵੀਡੀਓ ਜਦੋਂ ਆਉਂਦੀਆਂ ਨੇ ਕੀ ਕੁਛ ਹੋ ਰਿਹਾ ਹੈ। ਕਿਉਂ? ਕਿਉਂਕਿ ਪਰਮਾਤਮਾ ਤੋਂ ਮਨੁੱਖ ਦੂਰ ਹੁੰਦਾ ਜਾ ਰਿਹਾ ਹੈ। ਅਤੇ ਪਰਮਾਤਮਾ ਜਿਹੜਾ ਕਹਿੰਦੇ ਜਿਹੋ ਜਿਹੀ ਭਾਵਨਾ ਕੋਈ ਲੈ ਕੇ ਆਉਂਦਾ ਹੈ, ਮੈਂ ਤਾਂ ਉਹੋ ਜਿਹਾ ਫਲ ਦਿੰਦਾ ਹਾਂ। ਕਿਉਂਕਿ ਨਾ ਮੈਂ ਕਿਸੇ ਦੇ ਕਰਮ ਬਦਲਦਾ ਹਾਂ, ਨਾ ਕਿਸੇ ਦੇ ਮੈਂ ਲਿਖਦਾ ਹਾਂ। ਕਿ ਮਨੁੱਖ ਆਪਦੇ ਕਰਮ ਖੁਦ ਲਿਖਦਾ ਹੈ। ਜਦੋਂ ਮਨੁੱਖ ਕਰਮ ਕਰਦਾ ਹੈ ਉਹ ਆਪਦੇ ਕਰਮ ਲਿਖਦਾ ਅਤੇ ਉਹਦਾ ਮੈਂ ਫਲ ਦਿੰਦਾ ਹਾਂ ਮਨੁੱਖ ਨੂੰ। ਜੇ ਉਹ ਭਾਵਨਾ ਦੇ ਨਾਲ ਚੰਗੇ ਕਰਮ ਕਰਦਾ, ਉਹਦੇ ਮੈਂ ਮਾੜੇ ਕਰਮ ਕੱਟ ਦੇਣਾ ਹੈ। ਐਸੇ ਗੁਰੂ ਸਮਰੱਥ ਨੇ। ਇਸ ਕਰਕੇ ਇਸ ਭਰਮ ਦੇ ਵਿੱਚ ਨਹੀਂ ਪੈਣਾ। ਕਿਉਂਕਿ ਜੇ ਆਪਾਂ ਮਰਿਆਦਾ ਹੀ ਤੋੜ ਦਿੱਤੀ ਗੁਰੂ ਦੀ, ਕਿਉਂਕਿ ਕਈ ਗ੍ਰੰਥੀ ਸਿੰਘ ਨਹੀਂ ਪਤਾ ਉਹਨਾਂ ਨੂੰ, ਉਹ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਪਾਂ ਅੱਗੇ ਗੁਰਦੁਆਰੇ ਜਾ ਕੇ ਦੇਖੀਦਾ ਹੈ। ਉਹਨਾਂ ਨੂੰ ਪੁੱਛੀਦਾ ਤੁਸੀਂ ਧਾਗੇ ਦਿੰਦੇ ਹੋ, ਪੇੜੇ ਕਰਕੇ ਦਿੰਦੇ ਕਿਉਂ? ਐਵੇਂ ਲੋਕਾਂ ਨੂੰ ਭਰਮ ਦੇ ਵਿੱਚ ਪਾਇਆ ਹੋਇਆ ਹੈ। ਗੁਰਬਾਣੀ ਦੇ ਨਾਲ ਜੋੜੋ, ਜਿਹੜਾ ਸਦੀਵੀ ਉਹਨਾਂ ਦੇ ਦੁੱਖ ਦੂਰ ਹੋ ਜਾਣ ਸਦਾ ਵਾਸਤੇ। ਕਿਉਂਕਿ ਜਦੋਂ ਮਨੁੱਖ ਗੁਰਬਾਣੀ ਦੇ ਨਾਲ ਜੁੜਦਾ ਹੈ, ਉਹ ਜਦੋਂ ਖੁਦ ਅਰਦਾਸ ਕਰੇਗਾ ਗੁਰੂ ਸਾਹਿਬ ਖੁਦ ਸੁਣਦੇ ਨੇ। ਜਦੋਂ ਆਪਾਂ ਕਹਿੰਦੇ ਕਿ ਕਿਉਂਕਿ ਜਿਹੜੇ ਧਾਗੇ, ਪੇੜੇ, ਲਾਚੀਆਂ ਇਹ ਤੰਤਰ ਮੰਤਰ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹ ਬਣਦੇ ਨੇ। ਤੇ ਗੁਰਬਾਣੀ ਇਸ ਚੀਜ਼ ਨੂੰ ਖੰਡਨ ਕਰਦੀ ਹੈ। ਮੰਨ ਲਓ ਸਾਡੇ ਪਿਓ ਨੇ ਕਿਹਾ ਕਿ ਪੁੱਤ ਤੂੰ ਆਹ ਕੰਮ ਨਹੀਂ ਕਰਨਾ, ਜੇ ਉਹ ਕਰੂਗਾ ਤਾਂ ਫਿਰ ਪਿਓ ਨੂੰ ਕਿੰਨਾ ਗੁੱਸਾ ਲੱਗੇਗਾ। ਸਾਡਾ ਗੁਰੂ ਗ੍ਰੰਥ ਸਾਹਿਬ ਪਿਓ ਹੈ। ਜੇ ਪਿਓ ਦੀ ਹਜ਼ੂਰੀ ਵਿੱਚ ਇਹ ਕੰਮ ਕਰਾਂਗੇ ਤਾਂ ਫਿਰ ਸਾਡੀ ਮਦਦ ਕਦੇ ਕਰੇਗਾ। ਜਿੰਨੇ ਮਰਜ਼ੀ ਅਸੀਂ ਖੰਡ ਪਾਠ ਅਤੇ ਜਿੰਨੇ ਮਰਜ਼ੀ ਪ੍ਰੋਗਰਾਮ ਵੱਡੇ ਵੱਡੇ ਕਰੀ ਜਾਈਏ, ਉਹਨੇ ਕੋਈ ਨਹੀਂ ਸੁਣਨੀ, ਉਹਨੇ ਪਿੱਠ ਕੀਤੀ ਹੋਈ ਹੈ। ਕਿਉਂਕਿ ਆਪਾਂ ਗੁਰੂ ਸਾਹਿਬ ਨੂੰ ਸਨਮੁਖ ਕਰਨਾ ਹੈ, ਕਿ ਉਹਦੇ ਚਰਨਾਂ ਦੇ ਨਾਲ ਜੁੜਨਾ। ਕਿ ਸਤਿਗੁਰੂ ਸਾਡੀ ਰੱਖਿਆ ਕਰ, ਸਾਡੇ 'ਤੇ ਕਿਰਪਾ ਕਰ, ਅਸੀਂ ਮਰਿਆਦਾ ਦੇ ਵਿੱਚ ਆ ਸਕੀਏ, ਸਾਡੇ 'ਤੇ ਕਿਰਪਾ ਕਰ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਭਰਮ ਦੇ ਵਿੱਚ ਕਦੇ ਨਹੀਂ ਪੈਣਾ ਕਿ ਇੱਥੇ ਕੀ ਹੋ ਰਿਹਾ ਹੈ। ਕਿਉਂਕਿ ਪੁਰਾਤਨ ਮਰਿਆਦਾ ਹੈ। ਕਿਉਂਕਿ ਜਿਹੜੀ ਸਾਡੀ ਆਉਣ ਵਾਲੀ ਗਾਂਹ ਪੀੜ੍ਹੀ ਹੈ, ਇਹਨਾਂ ਨੂੰ ਪਤਾ ਹੀ ਨਹੀਂ ਪਿੱਛੇ ਕੀ ਹੁੰਦਾ ਰਿਹਾ ਹੈ, ਮਰਿਆਦਾ ਕੀ ਹੈ। ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕੀ ਕੁਛ ਹੈ, ਕਿ ਇਹ ਸਾਰਾ ਕੁਝ ਭੁੱਲਦੇ ਜਾ ਰਹੇ। ਜੇ ਆਪਾਂ ਨਾ ਦੱਸੀਏ ਮਰਿਆਦਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕੁਛ ਨਹੀਂ ਲੱਭਣਾ। ਕਿਉਂਕਿ ਆਪਾਂ ਦੁੱਖ ਤਾਂ ਅੱਗੇ ਭੋਗ ਰਹੇ ਹਾਂ, ਕਈ ਕੁਛ ਭੋਗ ਰਹੇ ਹਾਂ। ਕਿਉਂ ਭੋਗ ਰਹੇ ਹਾਂ? ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਜੇ ਸਾਡੇ ਅੰਦਰ ਮਰਿਆਦਾ, ਗੁਰੂ ਦਾ ਪਿਆਰ, ਅਤੇ ਕਹਿੰਦੇ ਫਿਰ ਗੁਰੂ ਜਿਹੜਾ ਸਮਰੱਥ ਆਪ ਰੱਖਿਆ ਅਤੇ ਆਪ ਕਿਰਪਾ ਕਰਦਾ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਤਾਂ ਵਾਰ-ਵਾਰ ਸਤਿਗੁਰੂ ਜੀ ਮਨਮੁਖ ਅਤੇ ਗੁਰਮੁਖ ਦੀ ਗੱਲ ਕਰ ਰਹੇ ਨੇ। ਕਲਯੁੱਗ ਦੇ ਵਿੱਚ ਮਨਮੁਖ ਦੇ ਹਾਲਾਤ ਕਿੱਦਾਂ ਦੇ ਹੁੰਦੇ ਜਾ ਰਹੇ ਨੇ, ਅਤੇ ਗੁਰਮੁਖ ਕਿਵੇਂ ਬਚ ਸਕਦਾ ਹੈ, ਅਤੇ ਮਨਮੁਖ ਜਿਹੜਾ ਗੁਰਮੁਖ ਕਿਵੇਂ ਬਣ ਸਕਦਾ ਹੈ, ਇਹਦੇ ਬਾਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ। ਇਸ ਕਰਕੇ ਭਰਮ ਦੇ ਵਿੱਚ ਨਾ ਪਾਓ। ਮਨ ਤਨ ਰਾਤਾ ਰੰਗ ਸਿਉ, ਰਸਨਾ ਰਸਨ ਰਸਾਏ, ਨਾਨਕ ਰੰਗ ਨਾ ਉਤਰੈ, ਜੋ ਹਰ ਧੁਰ ਛੋਡਿਆ ਲਾਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ